ਮੈਡੀਕਲ 'ਚ ਗਏ ਸੀਗੇ। ਸੋਨੀਪਤ ਮੈਡੀਕਲ 'ਚ ਲੈ ਕੇ ਆਏ ਸੀ ਉਹਨੂੰ, ਪਿਛਲੇ ਦਰਵਾਜ਼ੇ ਵਿੱਚ ਦੀ ਲਿਆਏ ਜਿਵੇਂ ਕੋਈ ਉਹ ਬਹੁਤ ਤਕੜੀ ਅੱਤਵਾਦੀ। ਪਿੰਡ ਗੰਦੜ ਦੀ ਨੌਦੀਪ ਕੌਰ ਦੀ ਦੁਨੀਆ 'ਚ ਹੋ ਰਹੀ ਹੈ ਚਰਚਾ। ਹਰਿਆਣਾ ਦੀ ਪੁਲਿਸ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਹੈ ਪੰਜਾਬ ਦੀ ਇਹ ਮਜ਼ਦੂਰ ਧੀ। ਅਸੀਂ ਪਹੁੰਚੇ ਹਾਂ ਗੰਦੜਾਂ ਤੇ ਆਓ ਜਾਣਦੇ ਹਾਂ ਨੌਦੀਪ ਕੌਰ ਦੀ ਜ਼ਿੰਦਗੀ ਦਾ ਸੱਚ, ਉਸਦੇ ਪਰਿਵਾਰ ਦੀ ਕਹਾਣੀ ਤੇ ਆਖਰ ਉਸ ਧੀ ਦੇ ਨਾਲ ਕਿਸ ਤਰ੍ਹਾਂ ਕੀਤਾ ਗਿਆ ਹੈ ਜਬਰ। ਮਾਰਕੁੱਟ ਤਾਂ ਇਹ ਤੇ ਬਹੁਤ ਹੋਈ ਆ, ਡੰਡੇ ਡੁੰਡੇ ਬਹੁਤ ਮਾਰੇ, ਉਹਦੇ ਜ਼ਖਮ ਉਦੋਂ ਬਾਅਦ ਵੀ 15 ਦਿਨ ਬਾਅਦ ਮੈਡੀਕਲ ਹੋਇਆ, ਉਹਦੇ ਵਿੱਚ ਵੀ ਜ਼ਖਮ ਆਏ ਆ। ਕੋਲਾਂ 'ਚ ਸ਼ਾਮਲ ਹੋਣ ਵਾਲੇ तमाम ਲੋਕ ਅੱਜ ਆਪਣੇ ਪਿੰਡ ਦੀ ਧੀ ਵਾਸਤੇ ਲੜ ਰਹੇ ਨੇ ਲੜਾਈ। ਤੁਸੀਂ ਕੀ ਚਾਹੁੰਦੇ ਹੋ ਕਿ ਜਥੇਬੰਦੀਆਂ ਉੱਥੋਂ ਚਾਹੇ ਉਹ ਸੰਯੁਕਤ ਕਿਸਾਨ ਮੋਰਚਾ ਹੋਵੇ ਜਾਂ ਉਹ ਕਾਲ ਦੇਣ ਨੌਦੀਪ ਪਾਸੇ? ਅਸੀਂ ਤਾਂ ਚਾਹੁੰਦੇ ਆ ਵੀ ਜਦੋਂ ਅਸੀਂ ਆਪਦੇ ਬੱਚੇ ਉੱਥੇ ਝੋਕ ਛੱਡੇ ਆ ਵੀ ਸਾਡੇ ਬੱਚਿਆਂ ਨੂੰ ਅੱਜ ਸ਼ਹੀਦ ਹੋ ਜਾਣ, ਕੁਛ ਵੀ ਹੋ ਜਾਣ, ਜਿਵੇਂ ਹੁਣ ਕੇਸ ਤਾਂ ਪਾਇਆ ਗਿਆ, ਕੁੱਟਮਾਰ ਹੋ ਗਈ, ਇਦੋਂ ਉੱਤੇ ਕੀ ਹੈ ਵੀ ਜੇ ਬੱਚਾ ਸ਼ਹੀਦ ਹੋ ਜਾਏ ਫਿਰ ਉਸੇ ਨੂੰ ਅਸੀਂ ਮੰਨਾਂਗੇ ਜਾਂ ਮਰਨ ਤੋਂ ਬਾਅਦ ਹੀ ਸੁਣਵਾਈ ਹੋਣੀ ਚਾਹੀਦੀ ਆ। ਆਓ ਦੱਸੀਏ ਤੁਹਾਨੂੰ ਕੀ ਹੈ ਨੌਦੀਪ ਕੌਰ ਦੀ ਅਸਲ ਕਹਾਣੀ। ਸਾਨੂੰ ਮਾਣ ਆਪਦੀ ਬੱਚੀਆਂ ਤੇ ਵੀ ਸਾਡੀਆਂ ਬੱਚੀਆਂ ਅੱਜ ਆਪਦੇ ਦੇਸ਼ ਵਾਸਤੇ ਲੜ ਰਹੀਆਂ, ਆਪਦੇ ਪੰਜਾਬ ਵਾਸਤੇ, ਆਪਦੀ ਹੋਂਦ ਵਾਸਤੇ ਲੜ ਰਹੀਆਂ। ਟੀ ਫਸੀ ਹੋਵੇ ਜਾਂ ਉਹਦੇ ਕੁੱਟਮਾਰ ਹੋਈ ਆ, ਉਹਦੇ ਨਾਲ ਗੱਲ ਨਹੀਂ ਹੋਈ, ਫਿਰ ਵੀ ਮੈਂ ਇੱਕ ਮਾਂ ਤੇ ਇੱਕ ਔਰਤ, ਮੈਨੂੰ ਪਤਾ ਇਸ ਗੱਲ ਦਾ। ਉਹ ਪਹਿਲਾਂ 15 ਦਿਨ ਉਹਨੂੰ ਨਾ ਤਾਂ ਫੋਨ ਤੇ ਗੱਲ ਕਰਵਾਈ ਗਈ ਆ ਤੇ ਨਾ ਹੀ ਸਾਨੂੰ ਮਿਲਣ ਦਿੱਤਾ ਗਿਆ ਸੀ। ਉਸ ਟਾਈਮ ਅੰਦਰੋਂ ਫੋਨ ਆਇਆ ਸੀ ਵੀ ਉਹਦੇ ਪੈਰਾਂ 'ਚ ਵੀ ਜੋ ਡੰਡੇ ਡੁੰਡੇ ਮਾਰੇ ਗਏ ਉਹਦੇ ਕਾਰਨ ਉਹਦੇ ਪੈਰਾਂ 'ਚ ਜ਼ਖਮ ਸੀਗੇ, ਖੂਨ ਆ ਰਿਹਾ ਸੀ। ਕਿਸਾਨੀ ਸੰਘਰਸ਼ ਨਾਲ ਭਾਵੇਂ ਸਿੱਧੇ ਤੌਰ ਤੇ ਨਹੀਂ ਜੁੜਿਆ ਇਹ ਮਾਮਲਾ, ਪਰ ਮਜ਼ਦੂਰਾਂ ਖਾਤਰ ਲੜਾਈ ਲੜ ਰਹੀ ਸੀ ਕੁੰਡਲੀ ਤੇ ਨੌਦੀਪ ਕੌਰ। ਮੈਡੀਕਲ 'ਚ ਗਏ ਸੀਗੇ, ਸੋਨੀਪਤ ਮੈਡੀਕਲ 'ਚ ਲੈ ਕੇ ਆਏ ਸੀ ਉਹਨੂੰ, ਪਿਛਲੇ ਦਰਵਾਜ਼ੇ ਵਿੱਚ ਦੀ ਲਿਆਏ ਜਿਵੇਂ ਕੋਈ ਉਹ ਬਹੁਤ ਤਕੜੀ ਅੱਤਵਾਦੀ। ਅਮਰੀਕਾ ਦੇ ਵਿੱਚੋਂ ਵੀ ਉਪ ਰਾਸ਼ਟਰਪਤੀ ਹੈ ਜਿਹੜੀ ਕਮਲਾ ਹੈਰਿਸ, ਉਹਦੀ ਭਤੀਜੀ ਨੂੰ ਆਵਾਜ਼ ਉਠਾਈ ਗਈ ਆ ਵੀ ਸਾਡੀ ਬੇਟੀ ਦੀ ਪਹਿਲਾਂ ਕਿਉਂ ਨਹੀਂ ਆਵਾਜ਼ ਉੱਠੀ ਤੇ ਹੁਣ ਹੀ ਕਿਉਂ ਉੱਠਦੀ ਆ। ਇਹ ਨਾ ਹੋਵੇ ਵੀ ਬੱਚਾ ਮਰ ਗਿਆ ਤੇ ਉਹਦੇ ਬਾਅਦ 'ਚ ਮੋਤੀਆਂ ਲਾਉਣ ਦਾ ਕੋਈ ਫਾਇਦਾ ਨਹੀਂ। ਕਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇਹੋ ਜਿਹੇ ਆ ਜਿਹੜੇ ਅੱਜ ਵੀ ਉਹ ਚਾਹੁੰਦੇ ਨਹੀਂ ਵਿੱਚੋਂ ਵੀ ਇਹ ਇੱਕ ਹੋ ਜਾਣ ਜਾਂ ਛੇਰੇ ਚੜੇ। ਉੱਥੋਂ ਦਾ ਟੈਂਟ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨੌਦੀਪ ਦੀ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹਾਂ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਅਸੀਂ ਇਸ ਵੇਲੇ ਮੁਕਤਸਰ ਦੇ ਪਿੰਡ ਗੰਦੜ 'ਚ ਮੌਜੂਦ ਹਾਂ। ਇਸੇ ਪਿੰਡ ਦੀ ਕੁੜੀ ਨੌਦੀਪ ਕੌਰ ਜਿਹਦਾ ਦੁਨੀਆ ਪੱਧਰ ਦੇ ਉੱਤੇ ਇਨਸਾਫ ਦਿਵਾਉਣ ਵਾਸਤੇ ਹੁਣ ਟਵੀਟਸ ਹੋ ਰਹੇ ਆ, ਚਰਚਾ ਹੋ ਰਹੀ ਹੈ। ਹਿਊਮਨ ਰਾਈਟਸ ਦੀ ਵਾਇਲੇਸ਼ਨ ਹਰਿਆਣਾ ਦੀ ਪੁਲਿਸ ਦੇ ਵੱਲੋਂ। ਨੌਦੀਪ ਕੌਰ ਦੀ ਭੈਣ ਦੇ ਨਾਲ ਅਸੀਂ ਲਗਭਗ 15 ਦਿਨ ਪਹਿਲਾਂ ਗੱਲਬਾਤ ਕੀਤੀ ਸੀ। ਉਸਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਜਬਰਨ ਉਸ ਨੂੰ ਚੱਕਿਆ ਜਾਂਦਾ ਹੈ, ਉਸ ਦੇ ਨਾਲ ਮਾਰਕੁੱਟ ਹੁੰਦੀ ਹੈ ਔਰ ਫਿਰ ਹੌਲੀ ਹੌਲੀ ਹੁਣ ਪੂਰੀ ਦੁਨੀਆ ਇਸ ਦੀ ਗੱਲ ਕਰ ਰਹੀ ਹੈ। ਪਿੰਡ 'ਚ ਆਏ ਆ, ਨੌਦੀਪ ਦੇ ਮਾਤਾ ਸਾਡੇ ਨਾਲ ਨੇ ਔਰ ਇਹ ਸੰਘਰਸ਼ਾਂ ਵਾਲਾ ਪਰਿਵਾਰ ਹੈ, ਸੰਘਰਸ਼ ਲੜਦਾ ਹੈ ਤਾਂ ਅੱਜ ਆਪ ਤੇ ਬਣੀ ਹੈ। ਫਿਰ ਵੀ ਅੱਜ ਇਹ ਪਰਿਵਾਰ ਮੁਕਤਸਰ, ਅੱਜ ਪੂਰਾ ਪਿੰਡ ਜਿਹੜਾ, ਤੁਸੀਂ ਤਸਵੀਰਾਂ ਵੀ ਅਸੀਂ ਮਾਤਾ ਨਾਲ ਗੱਲਾਂ ਕਰਾਂਗੇ, ਪਰ ਤਸਵੀਰਾਂ ਮੈਂ ਚਾਹੁੰਦਾ ਕਿ ਦਿਖਾਈਆਂ ਜਾਣ ਕਿ ਪਿੰਡ ਵਾਸੀ ਇਕੱਠੇ ਹੋਏ ਆ ਔਰ ਇਹ ਸੰਘਰਸ਼ ਲੜਨ ਵਾਸਤੇ, ਅੱਜ ਰੋਸ ਰੈਲੀ ਵਾਸਤੇ ਮੁਕਤਸਰ ਜਾਣ ਨੂੰ ਸਾਰੇ ਤਿਆਰ ਹੋਏ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਹੋਇਆ, ਪੂਰੀ ਘਟਨਾ ਕੀ ਹੈ ਜੀ? ਹਾਂਜੀ, ਮੇਰਾ ਨਾਮ ਸਵਰਨਜੀਤ ਕੌਰ ਆ, ਪਿੰਡ ਗੰਦੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ। ਮੈਂ ਨੌਦੀਪ ਦੀ ਮੰਮੀ ਆ ਜੀ। ਇਹ 12 ਜਨਵਰੀ ਨੂੰ ਸਾਡੀ ਨੌਦੀਪ ਕੌਰ ਬੇਟੀ ਜਿਹੜੀ ਆ ਕੰਪਨੀ 'ਚ ਕੰਮ ਕਰ ਰਹੀ ਸੀ ਪਹਿਲਾਂ, 3 ਮਹੀਨੇ ਪਹਿਲਾਂ, ਕਿਸਾਨਾਂ ਦੇ ਸੰਘਰਸ਼ ਤੋਂ ਪਹਿਲਾਂ। ਜਦੋਂ ਤੋਂ ਕਿਸਾਨ ਸੰਘਰਸ਼ ਉੱਥੇ ਸ਼ੁਰੂ ਹੋਏ ਆ ਬਾਰਡਰ ਤੇ, ਸਿੰਘੂ ਬਾਰਡਰ ਤੇ ਜਾਂ ਕੁੰਡਲੀ, ਉਹਨਾਂ ਨੂੰ ਉੱਥੇ ਵੀ ਥਾਣਾ ਵੀ ਉੱਥੇ ਜਿੱਥੇ ਹੁਣ ਉਹਨਾਂ ਨੇ ਕੇਸ ਜਿਹੜੇ ਥਾਣੇ ਨੇ ਉਹਨਾਂ ਤੇ ਪਾਇਆ, ਉਹ ਕੰਪਨੀਆਂ ਦੇ ਗੇਟ ਜਾਣੀ ਕਿ ਉਹ ਬੰਦ ਹੋ ਗਏ, ਜਾਮ ਲੱਗ ਗਿਆ। ਵੀ ਜਿਵੇਂ ਕਹਿਣ ਲੱਗ ਗਏ ਵੀ ਭਾਈ ਸਾਡੇ ਕੋਲ ਕੱਚਾ ਮਾਲ ਨਹੀਂ ਆਉਂਦਾ ਤੇ ਮਜ਼ਦੂਰਾਂ ਨੂੰ ਉੱਥੋਂ ਕੱਢਣ ਲੱਗ ਗਏ। ਜਾਂ ਵੀ ਜਿਵੇਂ ਹੁਣ ਸਾਡੇ ਬੱਚੇ ਇੱਥੇ ਜਦੋਂ ਪੰਜਾਬ ਦਾ ਜਾਂ ਹਰਿਆਣੇ ਦਾ ਪਹਿਲੋਂ ਪਹਿਲ ਸੰਘਰਸ਼ ਇਹ ਇੰਡੀਆ ਲੈਵਲ ਤੇ ਹੋਣ ਆਇਆ, ਇਹ ਸੰਘਰਸ਼ ਸ਼ੁਰੂ ਹੋਇਆ ਪਹਿਲੋਂ ਪਹਿਲ ਪੰਜਾਬ ਤੋਂ। ਤੇ ਸਾਡੇ ਬੱਚੇ ਫਿਰ ਸਾਹਮਣੇ ਪਹਿਲੇ ਦਿਨ ਤੋਂ ਹੀ ਉੱਥੇ ਡਟੇ ਹੋਏ ਸੀਗੇ। ਉਹ ਜਦੋਂ ਇਹ ਡਟੇ ਹੋਏ ਸੀ, ਅੱਗੇ ਸਾਡੀਆਂ ਬੇਟੀਆਂ ਪਹਿਲਾਂ ਤੋਂ ਬੋਲ ਲੈਂਦੀਆਂ, ਜਦੋਂ ਅਸੀਂ ਜਥੇਬੰਦੀਆਂ ਦੇ ਵਿੱਚ ਸੰਘਰਸ਼ 'ਚ ਪਹਿਲਾਂ ਸਾਰਾ ਪਰਿਵਾਰ ਜੁੜੇ ਆ, ਸਾਡਾ ਇਹੀ ਪਿੰਡ ਜੁੜਿਆ ਹੋਇਆ। ਇਸ ਕਰਕੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਜਥੇਬੰਦੀਆਂ ਦੇ ਵਿੱਚ ਤੁਸੀਂ ਸੰਘਰਸ਼ਾਂ ਦੇ ਵਿੱਚ ਸਾਥ ਨਹੀਂ ਦੇਣਾ ਜਾਂ ਤੁਸੀਂ ਰਿਜ਼ਾਈਨ ਦੇ ਦਿਓ ਕੰਪਨੀ 'ਚੋਂ,
ਉਹਨਾਂ ਨੇ ਰਿਜ਼ਾਈਨ ਦੇਤਾ। ਬਾਅਦ 'ਚ ਇਹਨਾਂ ਦੇ ਵੀ ਉਹ ਕਹਿੰਦੇ ਵੀ ਅਸੀਂ ਰਿਜ਼ਾਈਨ ਦੇ ਦਿਆਂਗੇ, ਅਸੀਂ ਸੰਘਰਸ਼ 'ਚ ਤਾਂ ਦਾਖਲ ਹੋਵਾਂਗੇ। ਜਿੰਨੇ ਵੀ ਉਹਨਾਂ ਦੇ ਨਾਲ ਮਜ਼ਦੂਰ ਸੀ, ਜਿਵੇਂ 1500 ਜਾਂ 2000 ਦਾ ਇਕੱਠ ਸੀ, ਉਹਨਾਂ ਦੇ ਸਾਥ ਤੇ ਕਿਸਾਨਾਂ ਦੀ ਹਮਾਇਤ ਤੇ ਉਹ ਅੱਜ ਵੀ ਡਟੇ ਆ ਤੇ ਪਹਿਲਾਂ ਵੀ ਡਟੇ ਸੀਗੇ ਪਹਿਲਾਂ ਦਿਨ ਤੋਂ। ਇਸੇ ਦੌਰਾਨ ਚੱਕਰ 'ਚ 12 ਜਨਵਰੀ ਨੂੰ ਉਹਨਾਂ ਨੇ ਇਕੱਠ ਕੀਤਾ ਸੀ ਵੀ ਸਾਡੇ ਜਿਹੜੇ ਬਣਦੇ ਆ ਪੈਸੇ ਉਹ ਦਿੱਤੇ ਜਾਣ, ਤੇ ਉਹ 3 ਲੱਖ ਦਾ ਵੀ ਜਾਨੀ ਕਿ ਉਹ ਪਹਿਲਾਂ ਲੈ ਲਏ ਸੀ ਉਹਨਾਂ ਨੇ ਜਿਹੜੇ ਰਹਿੰਦੇ, ਉਹਦੇ ਕਰਕੇ ਉਹਨਾਂ ਨੇ ਉਹਦੇ ਜਾਂ ਫੈਕਟਰੀ ਦੇ ਬਾਹਰ ਤੇ ਮੂਹਰੇ ਧਰਨਾ ਲਾਇਆ ਸੀ। ਇਹਦੇ ਵਿੱਚ ਜਿਹੜੀ ਨੌਦੀਪ ਸਾਡੀ ਬੇਟੀ ਉਹ ਬੋਲ ਰਹੀ ਸੀਗੀ। ਉਹਨਾਂ ਨੇ 2 ਗੱਡੀਆਂ ਉਸ ਟਾਈਮ ਆਈਆਂ 12 ਵਜੇ, ਪੁਲਿਸ ਗੱਡੀਆਂ ਸੀ ਵਿੱਚ, ਉਹਨਾਂ ਦੇ ਜਿਹੜੇ ਆਪਦੇ ਫੈਕਟਰੀਆਂ ਵਾਲੇ ਦੇ ਗੁੰਡੇ ਕੁਛ ਰੱਖੇ ਸੀਗੇ ਲੋਕਲ, ਉਹਨਾਂ ਨੇ ਆ ਕੇ ਉਹਨਾਂ ਤੇ ਹਮਲਾ ਕਰਤਾ, ਕੋਟਾ ਮਾਰੀ ਹੋਈ, ਜਾਨੀ ਕਿ ਇੱਧਰ ਉੱਧਰ ਬੱਚੇ ਜਿਹੜੇ ਮਜ਼ਦੂਰ ਭੱਜਣ ਲੱਗ ਗਏ। ਨੌਦੀਪ ਨੂੰ ਚੱਕ ਕੇ ਉੱਥੋਂ ਉਸ ਟਾਈਮ ਲੈ ਗਏ ਸੀ। ਇਹ ਹੋਇਆ ਕਿੱਥੇ ਹੈ ਜੀ? ਹੋਇਆ ਇਹ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਦੇ ਕੋਲੇ। ਹਾਂਜੀ, ਜਿੱਥੇ ਕਿਸਾਨ ਬੈਠੇ ਆ ਐਜੀਟੇਸ਼ਨ ਤੇ, ਉਹਦੇ ਨੇੜੇ ਹੀ ਕਿਤੇ? ਉੱਥੇ ਵਿੱਚ ਹੀ ਆ ਜੀ, ਨੇੜੇ ਵੀ ਨਹੀਂ, ਵਿੱਚ ਹੀ ਆ ਜੀ, ਵਿੱਚ ਇਹਨਾਂ ਦਾ ਟੈਂਟ ਵੀ ਉੱਥੇ ਹੀ ਲੱਗਿਆ ਹੋਇਆ ਹਜੇ ਵੀ। ਫੈਕਟਰੀ ਉੱਥੇ ਹੀ ਹੈ, ਉਸ ਰੋਡ ਦੇ ਉੱਤੇ ਹੀ ਫੈਕਟਰੀ ਸੀ? ਹਾਂਜੀ, ਰੋਡ ਦੇ ਉੱਤੇ ਹੀ ਫੈਕਟਰੀ ਹੈ। ਨੌਦੀਪ ਉੱਥੇ ਕੰਮ ਕਰਦੀ ਸੀ ਜਾਂ ਗਈ ਇੱਥੋਂ ਗਈ ਸੀ? ਉਸ ਫੈਕਟਰੀ 'ਚ ਕੰਮ ਕਰਦੀ ਸੀ? ਹਾਂਜੀ, ਪਹਿਲਾਂ ਉੱਥੇ ਕੰਪਨੀ 'ਚ ਕੰਮ ਕਰਦੇ ਸੀ, ਜਿਉਂ ਤੋਂ ਸੰਘਰਸ਼ ਸ਼ੁਰੂ ਹੋਇਆ ਫਿਰ ਇਹਦੇ ਵਿੱਚ ਸ਼ਾਮਲ ਹੋ ਗਈ ਸੀ ਉਹ। ਕੰਪਨੀ ਛੱਡਤੀ ਸੀ ਫਿਰ? ਹਾਂਜੀ, ਕੰਪਨੀ ਤੋਂ ਉਹਨਾਂ ਨੇ ਛਡਵਾ ਦਿੱਤੀ ਨਾ, ਕਹੇ ਵੀ ਇੱਥੋਂ ਤੁਸੀਂ ਜੌਬ ਨਹੀਂ ਕਰ ਸਕਦੇ, ਤੁਸੀਂ ਰਿਜ਼ਾਈਨ ਦੇ ਦਿਓ, ਇਸੇ ਕਰਕੇ। ਫਿਰ ਉਸ ਦਿਨ ਉਹ ਜਿਹੜਾ ਉੱਥੇ ਜਿਹੜਾ ਐਜੀਟੇਸ਼ਨ ਹੋ ਰਿਹਾ ਸੀ ਜਿੱਥੇ ਨੌਦੀਪ ਬੋਲ ਰਹੀ ਸੀ, ਉਹ ਕਾਦੇ ਵਾਸਤੇ ਸੀਗਾ? ਉਹ ਕਿਹੜੀ ਮੰਗਾ ਕਿਹੜੀਆਂ ਸੀ ਜੀ? ਮੰਗਾਂ ਉਹਨਾਂ ਦੇ ਇਹ ਸੀਗਾ ਵੀ ਜਿਹੜਾ ਮਜ਼ਦੂਰ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ, ਜਦੋਂ ਪੈਸੇ ਮੰਗਦੇ ਜਾਂ ਆਪਦੀ ਤਨਖਾਹ ਦੀ ਗੱਲ ਕੁਝ ਵੀ ਕਰਦੇ ਆ, ਉਹਨਾਂ ਨੂੰ ਉੱਤੇ ਅਤਿਆਚਾਰ ਕੀਤਾ ਜਾਂਦਾ ਵੀ ਇਹਨਾਂ ਨੂੰ ਪੈਸੇ ਦਿੱਤੇ ਜਾਣ। ਉਹਨੇ ਆਪਦਾ ਸੰਗਠਨ ਬਣਾ ਲਿਆ ਸੀਗਾ। ਇਹੀ ਉਹਨਾਂ ਨੂੰ ਚੰਗਾ ਨਹੀਂ ਲੱਗਿਆਗਾ ਵੀ ਉਹਨਾਂ ਨੇ ਆਪਦਾ ਕਾਨੂੰਨ ਪਾਸ ਕੀਤਾ ਆ ਵੀ ਜੋ ਵੀ ਉੱਥੇ ਕੰਮ ਕਰਦਾ ਉਹ ਫੈਕਟਰੀ ਦੇ ਵਿੱਚ ਆਪਦਾ ਸੰਗਠਨ ਨਹੀਂ ਬਣਾ ਸਕਦਾ, ਆਵਾਜ਼ ਨਹੀਂ ਉਠਾ ਸਕਦਾ। ਇਸੇ ਕਰਕੇ ਉਹਨੇ ਗਲਤੀ ਕੀਤੀ ਆਪਣੀ ਬੇਟੀ ਨੇ, ਜਿਹੜਾ ਉਹਨੇ ਤੇ ਉਹਨਾਂ ਤੇ ਕੇਸ ਪਾਏ ਗਏ। ਇਹ ਸੰਗਠਨ ਬਣਾਇਆ ਨੌਦੀਪ ਨੇ? ਹਾਂਜੀ, ਬਾਕੀ ਵੀ ਹੋਰ ਮਜ਼ਦੂਰ ਤੇ ਹੋਰ ਸਾਥੀ ਨਾਲ ਜੁੜੇ ਉਹਦੇ? ਫਿਰ ਜੁੜੇ ਆ ਜੀ, ਹਰਿਆਣੇ ਦੇ ਜਾਂ ਉੱਥੇ ਸਟੂਡੈਂਟ ਜਿੰਨੇ ਵੀ ਆਪਣੇ ਪੰਜਾਬ ਦੇ ਵੀ ਪੜ੍ਹਦੇ ਆ ਬੱਚੇ, ਨਾਲ ਜੌਬ ਕਰਦੇ ਆ ਇੱਥੇ ਦਿੱਲੀ ਯੂਨੀਵਰਸਿਟੀ ਵਿੱਚ। ਇਸੇ ਕਰਕੇ ਉਹ ਸਾਰੇ ਸਟੂਡੈਂਟ ਵੀ ਜੁੜੇ ਆ, ਮਜ਼ਦੂਰ ਵੀ ਨਾਲ ਵੀ ਸਾਰੇ ਜੁੜੇ ਸੀ ਉਹਨਾਂ ਦੇ। ਇਹ ਨੌਦੀਪ ਉੱਥੇ ਪੜ੍ਹਦੀ ਵੀ ਸੀ ਯੂਨੀਵਰਸਿਟੀ 'ਚ? ਨਹੀਂ, ਇੱਥੋਂ ਦੀ +2 ਹੋਈ ਸੀ, ਉਹਦੀ ਪੜ੍ਹਾਈ ਛੁੱਟ ਗਈ ਸੀ, ਦੁਬਾਰਾ ਉਹਨੇ ਐਡਮਿਸ਼ਨ ਕਰਾਈ ਸੀਗੀ ਕਾਲਜ 'ਚ ਕਿਸੇ 'ਚ BA 'ਚ। ਹਾਂਜੀ, ਫਿਰ ਉਸ ਤੋਂ ਬਾਅਦ ਉੱਥੋਂ ਪੁਲਿਸ ਲੈ ਜਾਂਦੀ ਹੈ ਉਹਨੂੰ, ਚੱਕ ਕੇ ਕੱਲੀ ਨੂੰ ਲੈ ਕੇ ਜਾਂਦੀ ਹੈ? ਹਾਂਜੀ, ਉਹ ਪਹਿਲਾਂ ਇਕੱਲੇ ਨੂੰ ਲੈ ਕੇ ਜਾਂਦੀ ਆ। ਉੱਥੋਂ ਜਦੋਂ ਇਕੱਲੇ ਨੂੰ ਲੈ ਕੇ ਜਾਂਦੇ, ਕਿਸਾਨਾਂ ਨੂੰ ਦੱਸਿਆ ਗਿਆ ਸੀ ਫੌਰੀ ਤੌਰ ਤੇ ਸਟੇਜ ਤੇ ਇੱਥੇ ਵੀ ਤੁਸੀਂ ਹੈਲਪ ਕਰੋ। ਨੌਦੀਪ ਨੂੰ ਇੱਥੋਂ ਉਠਾ ਕੇ ਲੈ ਕੇ ਗਏ ਆ ਵੀ ਅਸੀਂ ਤੁਹਾਡੇ ਮੋਰਚੇ ਦੇ ਹਮਾਇਤ ਤੇ ਆ, ਤੁਸੀਂ ਵੀ ਸਾਡੀ ਹਮਾਇਤ ਕਰੋ ਵੀ, ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਹੋ ਰਹੀ ਆ, ਇਸ ਕਰਕੇ ਉਹ ਵੀ ਅਸੀਂ ਤਾਂ ਤੁਹਾਡੇ ਨਾਲ ਆ ਹਮੇਸ਼ਾ, ਤੁਸੀਂ ਵੀ ਸਾਡਾ ਸਾਥ ਦਿਓ। ਜਿਹੜਾ ਹੁਣ ਪਾੜਾ ਪਾਈ ਜਾਂਦੀ ਹੈ ਵੀ ਇਹ ਨਿਖੜ ਜਾਣ, ਕਿਸਾਨ ਮਜ਼ਦੂਰ ਇੱਕ ਨਾ ਹੋ ਜਾਣ। ਸਾਡੇ ਬੱਚੇ ਇਹ ਚਾਹੁੰਦੇ ਸੀ ਵੀ ਅਸੀਂ ਇੱਕ ਹੋ ਕੇ ਲੜਾਂਗੇ, ਕਿਉਂਕਿ ਅਸੀਂ ਵੀ ਜੁੜੇ ਆ ਖੇਤਾਂ ਦੇ ਨਾਲ। ਜੇ ਇਹ ਖੇਤ ਇਹਨਾਂ ਦੀ ਲੁੱਟ ਆ ਤੇ ਫਿਰ ਸਾਡੀ ਤਾਂ ਪਹਿਲਾਂ ਹੀ ਲੁੱਟ ਆ, ਸਾਡੇ ਕੋਲ ਤਾਂ ਕੁਝ ਵੀ ਨਹੀਂ ਬਚਿਆ। ਤਾਂ ਤੁਹਾਡਾ ਪਰਿਵਾਰ ਪਹਿਲਾਂ ਵੀ ਸੰਘਰਸ਼ ਲੜਦਾ ਆਇਆ, ਪਹਿਲਾਂ ਹੋਰ ਘੋਲਾਂ 'ਚ ਵੀ ਤੁਸੀਂ ਜਾਂਦੇ ਰਹੇ? ਹਾਂਜੀ, ਅਸੀਂ ਪਹਿਲਾਂ ਤੋਂ ਹੀ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਏ, ਇਸੇ ਕਰਕੇ ਸਾਡੇ ਬੱਚੇ ਅੱਗੇ ਆਉਂਦੇ ਆ, ਬੋਲ ਰਹਿੰਦੇ ਆ। ਅਸੀਂ ਅੱਜ ਵੀ ਜਿਵੇਂ ਹੁਣ ਮੇਰੀ ਬੇਟੀ ਦੇ ਉੱਤੇ ਜਿਹੜੀਆਂ ਵੀ ਧਾਰਾਵਾਂ ਇਹਨਾਂ ਨੇ ਲਾਈਆਂ, ਸਖਤ ਕਾਨੂੰਨ ਵੀ ਉਹਦੀ ਜ਼ਮਾਨਤ ਨਾ ਹੋ ਸਕੇ, ਅੰਦਰ ਹੀ ਸੜੇ ਵੀ। ਜਿਵੇਂ ਹੁਣ ਪਹਿਲਾਂ ਜਿੰਨੇ ਵੀ ਸਾਡੇ ਸਟੂਡੈਂਟ ਬੋਲਦੇ ਅੱਗੇ ਜਾਂ ਵੀ ਕੋਈ ਵੀ ਬੁੱਧੀਜੀਵੀ, ਉਹਨਾਂ ਨੂੰ ਸਾੜਨ ਵਾਸਤੇ ਜੇਲ੍ਹਾਂ ਦੇ ਵਿੱਚ ਇਹੋ ਜਿਹੇ ਪਾਏ ਜਾਂਦੇ ਕੇਸ ਵੀ ਉਹ ਬਾਹਰ ਨਾ ਆ ਸਕਣ। ਮੇਰੀ ਬੇਟੀ ਬਾਹਰ ਆ ਕੇ ਵੀ ਅੱਜ ਵੀ ਕਿਸਾਨਾਂ ਦੇ ਨਾਲ ਉਹ ਡਟ ਕੇ ਖੜੂਗੀ ਤੇ ਹੁਣ ਵੀ ਖੜੀ ਆ ਜੇਲ੍ਹ ਦੇ ਵਿੱਚ ਵੀ। ਤੇ ਉਹਦੇ ਨਾਲ ਅੰਦਰ ਮੈਂ ਸੁਣਿਆ ਜਿਵੇਂ ਤੁਹਾਡੀ ਦੂਜੀ ਬੇਟੀ ਨਾਲ ਮੇਰੀ ਗੱਲਬਾਤ ਹੋਈ ਸੀ ਕਿ ਪੁਲਿਸ ਨੇ ਮਾਰਕੁੱਟ ਵੀ ਕੀਤੀ ਹੈ ਜੀ? ਮਾਰਕੁੱਟ ਉਸ ਦਿਨ ਮਾਰਕੁੱਟ ਤਾਂ ਇਹ ਤੇ ਬਹੁਤ ਹੋਈ ਆ, ਡੰਡੇ ਡੁੰਡੇ ਬਹੁਤ ਮਾਰੇ, ਉਹਦੇ ਜ਼ਖਮ ਉਦੋਂ ਬਾਅਦ ਵੀ 15 ਦਿਨ ਬਾਅਦ ਮੈਡੀਕਲ ਹੋਇਆ, ਉਹਦੇ ਵਿੱਚ ਵੀ ਜ਼ਖਮ ਆਏ ਆ ਵੀ ਉਹਦੇ ਨਾਲ ਮਾਰਕੁੱਟ ਜਿਹੜੀ ਹੋਈ ਆ। ਇੰਟਰਨੈਸ਼ਨਲ ਪੱਧਰ ਤੇ ਚਰਚਾ ਹੋ ਰਹੀ ਹੈ ਕਿ ਅੰਦਰ ਉਹਦੇ ਨਾਲ ਸਰੀਰਕ ਤੌਰ ਤੇ ਵੀ ਧੱਕਾ ਕੀਤਾ ਗਿਆ, ਉਹਦੇ ਗੁਪਤੰਗਾਂ ਤੇ ਵੀ ਸੱਟਾਂ। ਇਹੋ ਜੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ? ਨਹੀਂ ਜੀ, ਉਹਦੇ ਵਿੱਚੋਂ ਅੱਜ ਵੀ ਜਾਣਕਾਰੀ ਆਈ ਸੀ ਵੀ ਫੋਨ ਆਇਆ ਸੀ ਅੰਦਰੋਂ ਕੁੜੀ ਦਾ ਵੀ ਜਿਵੇਂ ਹੁਣ ਸੰਘਰਸ਼ ਚੱਲ ਰਹੇ ਆ, ਉਹ ਕਹਿ ਰਹੇ ਸੀ ਵੀ ਹੁਣ ਪਰਿਵਾਰ ਕੋਈ ਵੀ ਮਿਲ ਸਕਦਾ। ਉਹਨਾਂ ਨੇ ਇਹ ਕਾਨੂੰਨ ਲਾਗੂ ਕੀਤਾ ਅੰਦਰ ਹੁਣ ਮਿਲਣ ਵਾਸਤੇ, ਤੇ ਫੋਨ ਵੀ ਅੱਜ ਉਹ ਕੁੜੀ ਦਾ ਆਇਆ ਸੀ ਰਾਜਵੀਰ ਕੋਲੇ, ਤੇ ਉਹ ਕਹਿ ਰਹੇ ਸੀ ਵੀ ਇਹੋ ਜੀ ਇਹ ਜਿਹੜੀ ਗਲਤ ਨਾ ਲਾਈ ਜਾਵੇ ਖਬਰ। ਸਿਰਫ ਮਾਰ ਕੁੱਟ ਦੇ ਜ਼ਖਮ ਉਹਦੇ ਪਿੰਡੇ ਤੇ ਹੈ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਪੁਲਿਸ ਕੁੱਟਦੀ ਆ, ਉਹ ਜ਼ਖਮਾਂ ਦੀ ਆਪਾਂ ਗੱਲ ਕਰ ਰਹੇ ਆ ਵੀ ਜਿਹੜੀ ਮਾਰ ਕੁੱਟ ਡੰਡਿਆਂ ਦੀ ਹੋਈ ਆ ਉਹ ਤੇ ਇਸੇ ਕਰਕੇ ਉਹਦੇ ਪਿੰਡੇ ਤੇ ਜ਼ਖਮਾਂ ਦੀ ਅਸੀਂ ਗੱਲ ਕਰ ਰਹੇ, ਜਾਂ ਪੈਰਾਂ 'ਚ ਖੂਨ ਕਹਿੰਦੇ ਸੀ ਆ ਰਿਹਾ। ਉਹ ਚੁੱਪ ਕਰਾਉਣ ਵਾਸਤੇ ਫਿਰ ਤੁਹਾਨੂੰ ਪਤਾ ਵੀ ਮਾਰ ਕੁੱਟ ਤਾਂ ਹੁੰਦੀ ਆ,
ਜਦੋਂ ਅਸੀਂ ਕਿੱਥੇ ਸੈਂਟਰ ਨਾਲ ਮੱਥਾ ਲਾ ਰਹੇ ਹਾਂ, ਦਿੱਲੀ ਸਰਕਾਰ ਨਾਲ ਮੱਥਾ ਰਹੇ, ਸਾਨੂੰ ਚੁੱਪ ਕਰਾਉਣ ਵਾਸਤੇ ਖਣਾਉਣ ਵਾਸਤੇ ਉਹ ਤਾਂ ਮਾਰਕੁੱਟ ਕਰਨਗੇ। ਉਹ ਜ਼ਖਮਾਂ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਝੂਠੇ ਕੇਸ ਪਾਏ ਗਏ ਆ, ਝੂਠੀ ਕੁੱਟਮਾਰ ਉਹਦੀ ਬਿਨਾਂ ਗੱਲ ਤੋਂ ਕੀਤੀ ਗਈ ਆ। ਉਹ ਤੇ ਜਿੰਨਾ ਵੀ ਜਿਹੜੇ ਅਫਸਰਾਂ ਨੇ ਕੁੱਟਮਾਰ ਕੀਤੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਕੇਸ ਰੱਦ ਹੋਣੇ ਚਾਹੀਦੇ ਆ। ਮੇਰੀ ਬੇਟੀ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ। ਕਿਸੇ ਦੀ ਪਰਿਵਾਰ ਚੋਂ ਕਿਸੇ ਦੀ ਮੁਲਾਕਾਤ ਹੋਈ ਹੈ ਤੁਹਾਡੀ ਜਾਂ ਤੁਹਾਡੀ ਕਿਸੇ ਬੇਟੀ ਹੋਰ ਦੀ? ਨਹੀਂ ਜੀ, ਉਹ ਪਹਿਲਾਂ ਇਹ ਕਹਿ ਰਹੇ ਸੀ ਵੀ ਜਿਵੇਂ ਕਰੋਨਾ ਵਾਇਰਸ ਚੱਲ ਰਿਹਾ ਜਾਂ ਇੱਥੇ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ 26 ਜਨਵਰੀ ਦਾ ਸੀਗਾ, ਉਹਨਾਂ ਨੇ ਨਾ ਫੋਨ ਬੰਦ ਕੀਤੇ ਹੋਏ ਸੀ, ਨਾ ਮਿਲਣ ਦਿੰਦਾ ਸੀ। 15 ਦਿਨਾਂ ਵਿੱਚ ਵੀ ਇੱਕ ਬੰਦਾ ਮਿਲ ਸਕਦਾ ਸੀ, ਉਹਦੇ ਵਿੱਚ ਵੀ ਰਾਜਵੀਰ ਕੌਰ ਨੇ ਕੱਪੜੇ ਦਿੱਤੇ ਆ, ਉਹਨੂੰ ਮਿਲੀ ਆ, ਸਾਨੂੰ ਨਹੀਂ ਮਿਲਣ ਦਿੱਤਾ ਗਿਆ। ਜਿੱਦੇ ਵੀ ਇਹ ਖਬਰਾਂ ਅਸੀਂ ਕੁਛ ਮਜ਼ਦੂਰ ਤੇ ਕੁਛ ਵੀ ਸੰਘਰਸ਼ ਕਮੇਟੀ ਹੈ ਜਿਹੜੀ ਜਾਂ ਸਟੂਡੈਂਟ ਆ, ਇੱਕ ਇਹ ਅਗਰਾਹਾਂ ਵਾਲੀ ਆ ਜਥੇਬੰਦੀ ਜਾਂ ਇਹ ਹੈਗੀ ਆ ਹਰਿਆਣੇ ਦੀ, ਇਹਨਾਂ ਨੂੰ ਕਾਨਫਰੰਸ ਕੀਤੀ ਗਈ ਸੀ 23 ਜਨਵਰੀ ਨੂੰ। ਉਦੋਂ ਬਾਅਦ ਉਹ ਮੈਡੀਕਲ ਵਾਸਤੇ ਕਿਹਾ ਗਿਆ ਸੀ ਵੀ ਸਾਡੀ ਬੇਟੀ ਦਾ ਮੈਡੀਕਲ ਹੋਵੇ। ਮੈਡੀਕਲ ਵੀ ਇੱਕ ਜਿਹੜੇ ਵੱਡੀ ਸਟੇਜ ਤੋਂ ਜੇ ਗੁੱਛਾ ਹੈਗਾ ਡਾਕਟਰ ਦਰਸ਼ਨਪਾਲ, ਉਹਨਾਂ ਨੂੰ ਚਿੱਠੀਆਂ ਕੱਢੀਆਂ ਗਈਆਂ ਸੀ, ਮੇਰੇ ਨੂੰ ਲਿਖ ਕੇ ਦਿੱਤੀ ਗਈ ਸੀ ਵੀ ਸਾਡੀ ਬੇਟੀ ਨੂੰ ਅੰਦਰ ਵੀ ਉਹਨੂੰ ਸਹੂਲਤ ਦਿੱਤੀ ਜਾਵੇ, ਮੈਡੀਕਲ ਕਰਵਾਇਆ ਜਾਵੇ ਜਾਂ ਸਾਨੂੰ ਮਿਲਣ ਦਿੱਤਾ ਜਾਵੇ। 25 ਜਨਵਰੀ ਨੂੰ ਫਿਰ ਉਹਦਾ ਮੈਡੀਕਲ ਕਰਵਾਇਆ ਗਿਆ। ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਵੀ ਉਹਦੇ ਜਿੰਨੇ ਵੀ ਮਾਰਕੁੱਟ ਹੋਈ ਉਹਦੇ ਜ਼ਖਮ ਪਿੰਡੇ ਤੇ ਹੈਗੇ ਆ। ਮੈਡੀਕਲ ਚ ਆਏ ਆ ਉਹ ਜ਼ਖਮ? ਹਾਂਜੀ, ਮੈਡੀਕਲ ਚ ਆਏ ਆ, ਉਹ ਪੁਸ਼ਟੀ ਕੀਤੀ ਆ ਉਹਨੇ ਵਕੀਲ ਨੇ। ਤੇ ਉਹ ਕੋਰਟ ਚ ਫਿਰ ਤੁਸੀਂ ਅੱਗੇ ਕਾਰਵਾਈ ਉਹਦੇ ਗਏ ਹੋ ਮੈਡੀਕਲ ਲੈ ਕੇ? ਹਾਂਜੀ, ਅੱਜ ਰਾਜਵੀਰ ਨਾਲ ਗੱਲ ਹੋਈ ਸੀ ਵੀ ਅੱਜ ਤਰੀਕ ਹੈਗੀ ਆ ਵੀ ਐਡਵੋਕੇਟ ਸਭ ਤੋਂ ਸਿਰੇ ਦਾ ਵਕੀਲ ਉਹਦਾ ਕੇਸ ਲੜ ਰਿਹਾ ਵੀ ਸ਼ਾਇਦ ਐਡਵੋਕੇਟ ਆਰ ਕੇ ਖਚੀਮਾ, ਹਾਂਜੀ, ਸਭ ਤੋਂ ਉਹ ਵਕੀਲ ਉਹਦਾ ਕੇਸ ਲੜ ਰਹੇ ਆ। ਅੱਜ ਉੱਥੋਂ ਸੋਨੀਪਤ ਵਿੱਚ ਸੀਗੇ ਅੱਜ ਉਹ ਅਦਾਲਤ ਦੇ, ਉੱਥੋਂ ਵੀ ਲੈ ਕੇ ਉਹਨਾਂ ਦੀ ਰਿਜੈਕਟ ਕੀਤੀ ਗਈ ਆ। ਉੱਥੋਂ ਉਹਨਾਂ ਦੀ ਜ਼ਮਾਨਤ ਹੁਣ ਹਾਈ ਕੋਰਟ ਦੇ ਵਿੱਚ ਹੋਊਗੀ ਚੰਡੀਗੜ੍ਹ। ਜਿਸ ਦਿਨ ਚੱਕਿਆ ਗਿਆ ਉੱਥੋਂ ਨੌਦੀਪ ਨੂੰ, ਉਸ ਦਿਨ ਕਿਹਾ ਗਿਆ ਫਾਇਰ ਵੀ ਕੱਢੇ ਉਹਨਾਂ ਨੇ ਜਿਹੜੇ? ਹਾਂਜੀ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਕੁੱਟਮਾਰ ਹੋਈ ਹੈ, ਇਸੇ ਕਰਕੇ ਉਹ ਭੱਜਾ ਦਾ ਕੜੋੜੀ ਦੇ ਵਿੱਚ ਉਹਨੂੰ ਉਠਾ ਕੇ ਲੈ ਗਏ ਸੀ। ਇਕੱਲੇ ਉਹਨੂੰ ਲੈ ਗਏ? ਪਹਿਲਾਂ ਉਸੇ ਨੂੰ ਚੱਕਿਆ ਗਿਆ, ਹੁਣ ਉਹਦੇ ਨਾਲ ਇੱਕ ਜਿਹੜਾ ਵੀ ਹੈਗਾ ਸ਼ਿਵ ਕੁਮਾਰ ਉੱਥੋਂ ਦਾ ਲੋਕਲ ਦਾ, ਜੋ ਉਹਨਾਂ ਦੀ ਸਪੋਰਟ ਤੇ ਸੀਗਾ ਵੀ ਜਿਵੇਂ ਉਹ ਕੰਮ ਵੀ ਕਰਦੇ ਸੀ ਨਾਲ ਵੀ ਉਹਨਾਂ ਨੇ ਪੈਸੇ ਦਿਵਾਉਣ ਦੇ ਸਾਥ ਦਿੰਦੇ ਸੀ। ਉਹ ਇਹ ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ, ਅਸੀਂ ਉਹਦੀ ਵੀ ਮੰਗ ਕਰਦੇ ਹਾਂ ਵੀ ਨਾਲ ਉਹਨੂੰ ਵੀ ਛੱਡਿਆ ਜਾਵੇ। ਉਹਨੂੰ ਕੋਈ ਸਹੂਲਤ ਨਹੀਂ ਮਿਲਦੀ। ਉਹ ਇੱਕ ਗਰੀਬ ਘਰ ਦਾ ਬੱਚਾ ਹੈ ਜਿਹਨੂੰ ਵੀ ਅੱਖਾਂ ਤੋਂ ਦਿਸਿਆ ਵੀ ਨਹੀਂ ਜਾਂਦਾ, ਦਿਸਦਾ ਵੀ ਨਹੀਂ ਪੂਰਾ, ਇੱਕ ਅੱਖ ਚੋਂ ਦਿਸ ਰਿਹਾ। ਉਹਨੂੰ ਐਨਕ ਵੀ ਨਹੀਂ ਦਿੱਤੀ ਗਈ, ਉਹਨੂੰ ਚੱਪਲਾਂ ਤਿੱਕਰ ਵੀ ਨਹੀਂ ਦਿੱਤੀਆਂ ਗਈਆਂ। 10 ਦਿਨ ਉਹਨੂੰ ਰਿਮਾਂਡ ਤੇ ਰੱਖਿਆ ਗਿਆ। ਉਹਦੀ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੈ, ਅਸੀਂ ਉਹਦੀ ਵੀ ਮੰਗ ਕਰਦੇ ਹਾਂ ਵੀ ਉਹਦੀ ਸੁਣਵਾਈ ਹੋਣੀ ਚਾਹੀਦੀ। ਕਈ ਲੋਕ ਕਹਿ ਰਹੇ ਆ ਵੀ ਇਹਨੂੰ ਕਿਸਾਨੀ ਘੋਲ ਨਾਲ ਨਾ ਜੋੜ ਕੇ ਦੇਖੋ, ਇਹ ਮੁੱਦਾ ਹੋਰ ਹੈ, ਤੁਸੀਂ ਕੀ ਕਹਿੰਦੇ ਹੋ ਇਹਦੇ ਤੇ? ਨਹੀਂ, ਅਸੀਂ ਤਾਂ ਮਨੋਂ ਤਨੋਂ ਕਿਸਾਨੀ ਘੋਲ ਨਾਲ ਜੁੜੇ ਆ ਸਾਰਾ ਪਰਿਵਾਰ। ਤੇ ਅੱਜ ਵੀ ਸਾਡੇ ਬੱਚੇ ਉੱਥੇ, ਹਜੇ ਵੀ ਮੇਰੀਆਂ ਤਾਂ ਬੇਟਾ ਮੇਰਾ ਅੱਜ ਵੀ ਉੱਥੇ ਸਿੰਘੂ ਬਾਰਡਰ ਤੇ ਆ ਜਾਂ ਇੱਥੇ ਟਿਕਰੀ ਬਾਰਡਰ ਤੇ ਰਹਿੰਦੇ ਆ, ਹਜੇ ਵੀ ਉੱਥੇ ਹੈਗੇ, ਟੈਂਟ ਉਹਨਾਂ ਦੇ ਲੱਗੇ ਆ। ਕਿਸਾਨੀ ਘੋਲ ਨਾਲ ਜੁੜੇ ਹੋਣ ਨਾਲ ਕਰਕੇ ਤਾਂ ਇਹ ਉਹਨਾਂ ਤੇ ਇਹ ਅਤਿਆਚਾਰ ਹੋਏ ਵੀ ਇਹ ਜੁੜਨ ਨਾ, ਇਹ ਨਿਖੜ ਜਾਣ, ਕਿਸਾਨ ਮਜ਼ਦੂਰ ਇੱਕ ਨਾ ਹੋ ਜਾਣ। ਤੇ ਉਹ ਸਾਡੇ ਬੱਚੇ ਤਾਂ ਨਹੀਂ ਹਾਰ ਮੰਨਦੇ, ਕੁਛ ਵੀ ਕੋਈ ਕਹੀ ਜਾਵੇ। ਸਾਡੇ ਬੱਚੇ ਤਾਂ ਅੱਜ ਵੀ ਕਿਸਾਨਾਂ ਨਾਲ ਖੜੇ ਆ ਤੇ ਅਸੀਂ ਖੜੇ ਰਵਾਂਗੇ। ਤਾਂ ਜਿਹੜਾ ਦੁਨੀਆ ਦੇ ਪੱਧਰ ਤੇ ਗੱਲ ਹੋ ਰਹੀ ਹੈ, ਮੈਂ 23 ਤਰੀਕ ਦੀ ਉਸ ਪ੍ਰੈਸ ਕਾਨਫਰੰਸ 'ਚ ਵੀ ਸੀਗਾ ਦਿੱਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਈ ਦਿਨ ਤੱਕ ਇਹਦੀ ਆਵਾਜ਼ ਨਹੀਂ ਚੁੱਕੀ ਗਈ। ਤਾਂ ਤੁਹਾਨੂੰ ਲੱਗਦਾ ਵੀ ਇਹ ਵੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਜੁੜ ਨਾ ਜਾਣ ਤਾਂ ਇਹਦੀ ਗੱਲ ਨਹੀਂ ਹੋਣ ਦਿੱਤੀ ਗਈ? ਹਾਂਜੀ, ਜਿਵੇਂ ਇਹਨਾਂ ਦਾ ਸਿਸਟਮ ਆ, ਜਿਵੇਂ ਫੈਕਟਰੀਆਂ ਵੀ ਇਹਨਾਂ ਦੀਆਂ, ਸਰਕਾਰ ਵੀ ਇਹਨਾਂ ਦੀ, ਪੁਲਿਸ ਇਹਨਾਂ ਦੇ ਪੱਖ 'ਚ ਹੀ ਭੁਗਤੀ ਜਾਂਦੀ ਹੈ, ਇਸੇ ਕਰਕੇ ਉਹਦੀ ਆਵਾਜ਼ ਨਹੀਂ ਚੱਕੀ ਗਈ। ਸਟੇਜ ਵੱਲੋਂ ਵੀ ਸ਼ਾਇਦ ਉਹ 26 ਜਨਵਰੀ ਕਰਕੇ ਕੁਛ ਵੀ ਹੋ ਗਿਆ ਸੀਗਾ, ਇਹਦੇ ਕਰਕੇ ਉਹ ਰੁੱਝੇ ਸੀਗੇ ਆਗੂ ਕੁਛ। ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਆਗੂਆਂ ਨੇ ਸਾਡੀ ਗੱਲ ਨਹੀਂ ਸੁਣੀ, ਪਰ ਵੀ ਨਹੀਂ ਹਾਈ ਲੈਵਲ ਤੇ ਨਹੀਂ ਫੌਰੀ ਤੌਰ ਤੇ ਮਸਲਾ ਨਹੀਂ ਚੱਕਿਆ ਗਿਆ। ਆਗੂ ਨਾਲ ਹੋਈ ਗੱਲਬਾਤ? ਜੇ ਤੁਸੀਂ ਕਿਹਾ ਡਾਕਟਰ ਦਰਸ਼ਨਪਾਲ ਨੂੰ ਤੁਸੀਂ ਲਿਖਿਆ, ਉਹਦੇ ਨਾਲ ਹੋਈ ਹੈ। ਰਾਜਵੀਰ ਵੱਲੋਂ ਵੀ ਮੀਟਿੰਗਾਂ ਕੀਤੀਆਂ ਗਈਆਂ, ਉਹਨਾਂ ਨੇ ਚਿੱਠੀਆਂ ਕੱਢੀਆਂ, ਉਹਦੇ ਨਾਲ ਗੱਲ ਹੋਈ ਹੈ ਰਾਜਵੀਰ ਦੀ। ਕੋਈ ਹੋਰ ਜਥੇਬੰਦੀ ਆਈ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕੀਤਾ? ਹੋਰ ਸੰਘਰਸ਼ ਕਮੇਟੀ ਆ ਜਾਂ ਉਹਨਾਂ ਨੇ ਉੱਥੇ ਦਿੱਲੀ ਦੇ ਵਿੱਚ ਹੀ ਉਹਨਾਂ ਨੇ ਉਸ ਟਾਈਮ ਕਾਨਫਰੰਸ ਕੀਤੀ, ਉਹਦੇ ਵਿੱਚ ਸ਼ਾਮਲ ਹੋਏ ਸੀ ਅਗਰਾਹਾਂ ਵਾਲੇ ਹੋਏ ਸੀਗੇ। ਹਾਂਜੀ, ਉਸ ਤੋਂ ਇਲਾਵਾ ਅਜੇ ਤੱਕ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ? ਨਹੀਂ ਜੀ, ਹੋਰ ਨਹੀਂ। ਤੁਸੀਂ ਕੀ ਚਾਹੁੰਦੇ ਹੋ ਕਿ ਜਥੇਬੰਦੀਆਂ ਉੱਥੋਂ ਚਾਹੇ ਉਹ ਸੰਯੁਕਤ ਕਿਸਾਨ ਮੋਰਚਾ ਹੋਵੇ ਜਾਂ ਉਹ ਕਾਲ ਦੇਣ ਨੌਦੀਪ ਵਾਸਤੇ? ਅਸੀਂ ਤਾਂ ਚਾਹੁੰਦੇ ਆ ਵੀ ਜਦੋਂ ਅਸੀਂ ਆਪਦੇ ਬੱਚੇ ਉੱਥੇ ਝੋਕ ਛੱਡੇ ਆ ਵੀ ਸਾਡੇ ਬੱਚਿਆਂ ਨੂੰ ਅੱਜ ਸ਼ਹੀਦ ਹੋ ਜਾਣ, ਕੁਛ ਵੀ ਹੋ ਜਾਣ, ਜਿਵੇਂ ਹੁਣ ਕੇਸ ਤਾਂ ਪਾਇਆ ਗਿਆ, ਕੁੱਟਮਾਰ ਹੋ ਗਈ, ਐਦੂ ਉੱਤੇ ਕੀ ਹੈ ਵੀ ਜੇ ਬੱਚਾ ਸ਼ਹੀਦ ਹੋ ਜਾਏ ਫਿਰ ਉਸੇ ਨੂੰ ਅਸੀਂ ਮੰਨਾਂਗੇ ਜਾਂ ਮਰਨ ਤੋਂ ਬਾਅਦ ਹੀ ਸੁਣਵਾਈ ਹੋਣੀ ਚਾਹੀਦੀ ਆ। ਜਦੋਂ ਅਸੀਂ ਉਹਨਾਂ ਨਾਲ ਡਟ ਕੇ ਖੜੇ ਆ ਮਨੋਂ ਤਨੋਂ, ਸਾਡੇ ਨਾਲ ਸਾਥ ਦੇਣਾ ਚਾਹੀਦਾ ਕਿਸਾਨਾਂ ਨੂੰ ਵੀ। ਜੋ ਵੀ ਮੋਰਚਾ ਉੱਥੇ ਵੱਡੀ ਲੈਵਲ ਤੇ ਸਟੇਜ ਤੇ ਉਹਨਾਂ ਨੂੰ ਨੌਦੀਪ ਬਾਰੇ ਬੋਲਿਆ ਜਾਵੇ,
ਅਸੀਂ ਹਰ ਵਕਤ ਉਹਨਾਂ ਦੇ ਨਾਲ ਆ। ਸਾਡੀ ਬੇਟੀ ਬਾਹਰ ਆ ਕੇ ਵੀ ਇਹ ਕਿਸਾਨਾਂ ਨਾਲ ਡਟ ਕੇ ਖੜੂਗੀ ਤੇ ਅੱਜ ਵੀ ਅਸੀਂ ਖੜੇ ਆ। ਤੁਸੀਂ ਹੌਸਲੇ ਚੋਂ ਵੈਸੇ, ਕਿਉਂਕਿ ਇੰਨੀ ਕੁੱਟਮਾਰ, ਉਹ ਵੀ ਧੀ ਦੀ ਕੁੱਟਮਾਰ, ਕਿਉਂਕਿ ਕੁੜੀਆਂ ਦੇ ਨਾਲ ਇਸ ਤਰ੍ਹਾਂ ਹੋ ਜੇ ਤਾਂ ਮਹਿਸੂਸ ਹੁੰਦਾ ਹੈ ਬੰਦੇ ਨੂੰ। ਅਸੀਂ ਤਾਂ ਜੀ ਦੁੱਖ ਵੀ ਆਉਂਦਾ ਇਸ ਗੱਲ ਤੇ ਵੀ ਸਾਡੇ ਬੱਚੇ ਜਿਹੜੇ ਅੱਗੇ ਹੋ ਕੇ ਲੜਦੇ ਆ, ਅੱਜ ਜਵਾਨੀ ਜਿਵੇਂ ਕਹਿ ਰਹੇ ਆ ਵੀ ਨਸ਼ਿਆਂ 'ਚ ਵੜ ਗਏ। ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਨਸ਼ਿਆਂ 'ਚ ਜਾਂ ਹੋਰ ਗੱਲਾਂ ਕਿੰਨਾ ਗਲਤ ਆ ਵੀ ਕੁੜੀਆਂ ਮੁੰਡੇ ਉਧਰ ਫਸ ਜਾਂਦੇ ਆ। ਵੀ ਇਸ ਸਾਨੂੰ ਮਾਣ ਆਪਦੀ ਬੱਚੀਆਂ ਤੇ ਵੀ ਸਾਡੀਆਂ ਬੱਚੀਆਂ ਅੱਜ ਆਪਦੇ ਦੇਸ਼ ਵਾਸਤੇ ਲੜ ਰਹੀਆਂ, ਆਪਦੇ ਪੰਜਾਬ ਵਾਸਤੇ, ਆਪਦੀ ਹੋਂਦ ਵਾਸਤੇ ਲੜ ਰਹੀਆਂ ਤੇ ਅੱਗੇ ਹੋਰ ਵੀ ਬੱਚੇ ਸਾਡੇ ਸਾਹਮਣੇ ਆਉਣ ਤਾਂ ਕਿ ਜਿਹੜੀ ਕੁੱਟਮਾਰ ਆ, ਇਹ ਜਿਹੜੇ ਫਸੇ ਅੰਦਰ ਸਾਰੇ ਬੱਚੇ ਉਹ ਬਾਹਰ ਆ ਸਕਣ, ਉਹਨਾਂ ਦੀ ਆਵਾਜ਼ ਚੱਕਣ। ਇੱਕ ਹੋਰ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਵੀ ਜਿਵੇਂ ਵੀ ਇੱਕ BSF ਜਾਂ DSO ਹੈਗੀ ਹੈ ਜਥੇਬੰਦੀ ਸਟੂਡੈਂਟ, ਸਭ ਤੋਂ ਪਹਿਲਾਂ ਸਾਡੀ ਬੇਟੀ ਦੀ ਆਵਾਜ਼ ਇਹਨਾਂ ਨੇ ਉਠਾਈ ਆ। ਉਹਦੇ ਰਾਤ ਨੂੰ ਵੀ ਉਹ ਨਾਲ ਸਾਥ ਦਿੱਤਾ। ਉਹਨਾਂ ਨੂੰ ਐ ਨਾ ਕਿਹਾ ਜਾਵੇ ਵੀ ਉਹ ਬਾਹਰ ਜਾਣਾ, ਵੀ ਰਲ ਕੇ, ਮੇਰੀ ਇਹ ਅਪੀਲ ਹੈ ਵੀ ਰਲ ਕੇ ਸਾਰੀਆਂ ਜਥੇਬੰਦੀਆਂ ਲੜਨ। ਇਹ ਫੇਰ ਸੰਘਰਸ਼ ਜਿੱਤਿਆ ਜਾਊਗਾ ਤੇ ਨਹੀਂ ਅਸੀਂ ਹਾਰ ਜਾਾਂਗੇ। ਕਿਸਾਨ ਮਜ਼ਦੂਰ ਇੱਕ ਹੋ ਜਾਣਾ, ਅਸੀਂ ਇੱਕ ਹੋਣਾ ਚਾਹੁੰਦੇ ਹਾਂ। ਉੱਥੇ ਹੋਰ ਵੀ ਫੈਕਟਰੀਆਂ ਦੇ ਇਸ਼ੂ ਪਹਿਲਾਂ ਵੀ ਉਠਾਉਂਦੀ ਰਹੀ ਹੈ ਔਰ ਇਹਨੇ ਅੱਗੋਂ ਪੜ੍ਹਨਾ ਸੀਗਾ ਹੁਣ ਯੂਨੀਵਰਸਿਟੀ ਜਾ ਕੇ। ਹਾਂਜੀ, ਇਹਨੇ ਪੜ੍ਹਨਾ ਸੀਗਾ। ਪੜ੍ਹਨ ਵਾਸਤੇ ਇੱਥੇ ਵੀ ਘਰ ਦੀ ਹਾਲਤ ਠੀਕ ਨਹੀਂ। ਇਕੱਲੇ ਇਹਨਾਂ ਦੇ ਡੈਡੀ ਦੀ ਹੈਗੀ ਆ ਵੀ ਮਾੜਾ ਮੋਟਾ ਜਿਹੜੇ ਦਿਹਾੜੀ ਦੱਪਾ ਸਾਡਾ ਚੱਲਦਾ ਮਜ਼ਦੂਰਾਂ ਦਾ, ਸਾਡੀ ਕੋਈ ਇਹੋ ਜਿਹੀ ਹੈ ਨਹੀਂ ਗੀ ਵੀ ਜਿਹੜਾ ਕੋਈ ਆਪਦਾ ਬਿਜ਼ਨਸ ਆ। ਇਸ ਕਰਕੇ ਬੱਚੇ ਆਪਦਾ ਚਾਹੁੰਦੇ ਸੀ ਵੀ ਅਸੀਂ ਆਪਦਾ ਖਰਚ ਕੱਢ ਸਕੀਏ, ਜਿਵੇਂ ਰੂਮ ਦਾ ਕਿਰਾਇਆ ਜਾਂ ਕੋਈ ਖਾਣ ਪੀਣ ਦਾ। ਇਸੇ ਕਰਕੇ ਬੱਚੇ ਆ ਫੈਕਟਰੀਆਂ ਦੇ ਵਿੱਚ ਜਾਣਾ ਪਿਆ। ਤੇ ਥੋੜਾ ਪਰਿਵਾਰ ਬਾਰੇ ਵੀ ਦੱਸੋ, ਕੌਣ ਕੌਣ ਹੈ ਹੋਰ ਤੁਹਾਡੇ ਪਰਿਵਾਰ 'ਚ ਜੀ ਮੇਰੇ 4 ਬੇਟੀਆਂ 2 ਬੇਟੇ ਆ। ਬੇਟੇ ਛੋਟੇ ਆ, ਉੱਥੇ ਹੀ ਨੇ, ਕੋਲਚੀ ਨੇ? ਹਾਂਜੀ, ਅੱਜ ਵੀ ਡਟੇ ਆ ਉੱਥੇ। ਤੇ ਬੇਟੀਆਂ ਜਿਵੇਂ ਰਾਜਵੀਰ ਵੀ ਉੱਥੇ ਹੀ ਹੁੰਦੀ ਹੈ? ਹਾਂਜੀ, ਰਾਜਵੀਰ, ਹਰਵੀਰ, ਰਾਮਪਾਲ ਮੇਰਾ ਛੋਟਾ ਬੇਟਾ। ਹਾਂਜੀ। ਤੇ ਆਰਥਿਕ ਹਾਲਾਤ ਕੀ ਨੇ ਤੁਹਾਡੇ? ਆਰਥਿਕ ਹਾਲਾਤ ਤਾਂ ਇਹੀ ਹੈ ਵੀ ਜਿੰਨਾ ਕੁ ਅਸੀਂ ਕਰਦੇ ਉਹਨਾਂ ਕੁ ਖਾ ਲੈਂਦੇ ਆ। ਬਸ ਇਹੀ ਮਜ਼ਦੂਰਾਂ ਦਾ ਆਮ ਹਾਲਾਤ ਇਹੀ ਆ ਘਰਾਂ ਦੇ ਵਿੱਚ। ਤੇ ਜੇ ਸੰਘਰਸ਼ ਨਾਲ ਜੇ ਕਿਸਾਨਾਂ ਦਾ ਕੋਈ ਫਾਇਦਾ ਹੋਊਗਾ, ਹੋ ਸਕਦਾ ਸਾਡਾ ਵੀ ਕੋਈ ਹੋ ਜੇ। ਜਿਵੇਂ ਕਹਿ ਰਹੇ ਵੀ ਫੈਕਟਰੀਆਂ ਚੱਲਣਗੀਆਂ, ਸਾਡਾ ਕੋਈ ਫਾਇਦਾ ਆ ਜੂ। ਫੈਕਟਰੀਆਂ ਦੇ ਵਿੱਚ ਤਾਂ ਜਿਵੇਂ ਅੱਜ ਕੁੱਟਮਾਰ ਹੋਏ ਸਾਡੇ ਬੱਚਿਆਂ ਦੀ, ਇਹ ਤਾਂ ਘੱਟ ਆ। ਤੇ ਜੇ ਪੰਜਾਬ 'ਚ ਲੱਗ ਗਈਆਂ ਤਾਂ ਸਾਡੀ ਸਾਰਿਆਂ ਦੀ ਮੰਦੀ ਹਾਲਤ ਹੋ ਜਾਊਗੀ। ਪਿੰਡ ਵਾਲੇ ਸਾਥ ਦੇ ਰਹੇ ਆ ਤੁਹਾਡੇ ਨਾਲ? ਪਿੰਡ ਵਾਲੇ ਜੀ ਸਾਥ ਦੇ ਰਹੇ ਆ ਤੇ ਅਸੀਂ ਫੇਰ ਵੀ ਕਹਿੰਦੇ ਵੀ ਜਿਹੜੇ ਸਾਡੇ ਨਾਲ ਨਹੀਂ ਗੇ ਡਟ ਕੇ ਖੜਨ, ਕਿਉਂਕਿ ਸਾਡਾ ਇਕੱਲੀ ਬੇਟੀ ਦਾ ਮਸਲਾ ਨਹੀਂ ਗਾ ਵੀ ਜਾਂ ਹੋਰ ਜਿਹੜੇ ਫਸੇ ਉਹਨਾਂ ਦਾ ਮਸਲਾ ਨਹੀਂ, ਸਾਡਾ ਸਾਰਿਆਂ ਦਾ ਮਸਲਾ ਇਹ ਸਾਡਾ ਜੁੜਿਆ ਹੋਇਆ ਇਹ ਵੀ ਅੱਜ ਜਿਹੜਾ ਅਸੀਂ ਮਾੜਾ ਮੋਟਾ ਰੋਟੀ ਪਾਣੀ ਆਪਦਾ ਖਾਂਦੇ, ਇਹ ਸਾਡੇ ਹੱਥਾਂ 'ਚ ਖੋਣਾ ਚਾਹੁੰਦੇ ਆ ਤੇ ਇਕੱਠੇ ਹੋ ਕੇ ਅੱਗੇ ਆ ਜਾਓ, ਕਿਉਂਕਿ ਅੱਗੇ ਵੋਟਾਂ ਮੁੱਕ ਇਹਨਾਂ ਨੇ ਫੇਰ ਪੁੱਛਣਾ। ਉਦੋਂ ਪਹਿਲਾਂ ਸਾਨੂੰ ਕੋਈ ਪੁੱਛਦਾ ਨਹੀਂ। ਇਹ ਤੋਂ ਪਹਿਲਾਂ ਕਦੇ ਹੋਇਆ ਕੋਈ ਕੇਸ ਦੇ ਵਿੱਚ ਉਲਝੇ ਹੋ ਜਾਂ ਕਦੇ ਕਿਸੇ ਇਹੋ ਜਿਹੀ ਕੋਈ ਗੱਲ ਪਰਿਵਾਰ ਤੇ ਆਈ ਹੋਵੇ? ਨਹੀਂ ਜੀ, ਇਹੋ ਜਿਹੇ ਕੇਸ ਤਾਂ ਕੋਈ ਨਹੀਂ ਉਲਝੇ। ਅਸੀਂ ਵੀ ਜਿਵੇਂ ਹੁਣ ਤੁਰਦੇ ਹੀ ਰਹੇ ਨੇ ਜਥੇਬੰਦੀਆਂ ਦੇ ਵਿੱਚ ਤੇ ਇਦੋਂ ਪਹਿਲਾਂ ਇਹੋ ਜਿਹਾ ਕੇਸ ਨਹੀਂ ਆਇਆ, ਕਿਉਂਕਿ ਹੁਣ ਜਦੋਂ ਉਦੋਂ ਦੀ ਟੈਨਸ਼ਨ ਹੋਈ ਹੈ, ਜਦੋਂ ਦੀ ਇਹ ਧਰਨੇ ਲੱਗੇ ਆ ਵੀ ਬੱਚਿਆਂ ਨੂੰ ਜ਼ਰੂਰ ਚੱਕਿਆ ਜਾਊਗਾ। ਕਿਉਂਕਿ ਵਿੱਚੋਂ ਖਿੱਚ ਕੇ ਤਾਂ ਨੌਦੀਪ ਦੇ ਕੇਸ ਤੋਂ ਬਾਅਦ ਵੀ ਸਾਡੇ 2 ਵੀ ਮਜ਼ਦੂਰ ਹੀ ਸੀ ਜਿਨ੍ਹਾਂ ਦੇ ਸਿਰ ਪਾੜੇ ਗਏ, ਕੁੱਟ ਕੇ ਗਏ ਆ। ਉਹ ਵੀ ਮਜ਼ਦੂਰ ਸੀ, ਉਹਨਾਂ ਦੀ ਕਿਹੜਾ ਜ਼ਮੀਨ ਆ। ਅਸੀਂ ਇਸੇ ਕਾਰਨ ਹੀ ਜੁੜੇ ਆ ਵੀ ਸਾਡੇ ਨਾਲ ਕਿਸਾਨਾਂ ਦਾ ਨਾਲ ਅਸੀਂ ਜੁੜੇ ਆ। ਜੇ ਇਹਨਾਂ ਦੇ ਖੇਤ ਹੋਣਗੇ ਤਾਂ ਸਾਡਾ ਵੀ ਸ਼ਾਇਦ, ਅਸੀਂ ਤਾਂ ਆਪ ਮੰਗ ਕਰਦੇ ਵੀ ਸਾਨੂੰ ਵੀ ਮਿਲਣ, ਪਰ ਜਦੋਂ ਇਹਨਾਂ ਦੇ ਹੀ ਨਾ ਰਹੇ ਤਾਂ ਸਾਨੂੰ ਇੱਥੇ ਰੋਟੀ ਬਣਨੋਂ ਅਸੀਂ ਵੀ ਪਹਿਲਾਂ ਹੀ ਤੰਗ ਆ। ਸੋਸ਼ਲ ਮੀਡੀਆ ਤੇ ਕਈ ਲੋਕ ਬਹੁਤ ਜਥੇਬੰਦੀਆਂ ਨੂੰ ਮਾੜਾ ਕਹਿ ਰਹੇ ਹੈ ਕਿ ਤੁਸੀਂ ਸਾਥ ਨਹੀਂ ਦੇ ਰਹੇ, ਤੁਹਾਡੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ, ਤਾਂ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ ਕਿ ਇਹ ਇੱਕ ਪਾਸੇ ਤਾਂ ਆਪਾਂ ਇੱਕੇ ਦੀ ਗੱਲ ਕਰਦੇ ਹਾਂ, ਇਹਦੇ ਬਾਰੇ ਵੀ ਇਹ ਮੇਰੇ ਇਹਨੂੰ ਵੀ ਸੀਗਾ ਰੋਸ ਵੀ ਮੈਂ ਵੀ ਇਹ ਗੁੱਸੇ 'ਚ ਬਹੁਤ ਦਿਨ ਵੀ 15-20 ਦਿਨ ਵੀ ਦਿਨ ਰਾਤ ਬੱਚੀ ਦੀ ਹੁਣ ਬੇਟੀ ਫਸੀ ਹੋਵੇ ਜਾਂ ਉਹਦੇ ਕੁੱਟਮਾਰ ਹੋਈ ਆ, ਉਹਦੇ ਨਾਲ ਗੱਲ ਨਹੀਂ ਹੋਈ। ਮੈਂ ਭਲਾ ਵੀ ਸੰਘਰਸ਼ਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀ ਹਾਂ ਜਾਂ ਮੈਨੂੰ ਪਤਾ ਹੈ ਵੀ ਸਾਡੇ ਗੋਲੀਆਂ ਵੀ ਵੱਜਦੀਆਂ, ਕੁੱਟਦੇ ਵੀ ਆ, ਅਸੀਂ ਗਰਮੀ ਵੀ ਸਹਿੰਦੇ ਆ, ਠੰਡ ਵੀ ਸਹਿੰਦੇ ਆ, ਸਾਨੂੰ ਪਤਾ ਹੈ ਵੀ ਸਾਡੇ ਨਾਲ ਇਹ ਕੁਛ ਹੋਣਾ। ਫਿਰ ਵੀ ਮੈਂ ਇੱਕ ਮਾਂ ਤੇ ਇੱਕ ਔਰਤ, ਮੈਨੂੰ ਪਤਾ ਇਸ ਗੱਲ ਦਾ। ਸੋ ਇਹ ਨੌਦੀਪ ਦੇ ਮਾਤਾ ਨੇ ਜਿਵੇਂ ਦੱਸਿਆ, ਇਹਨਾਂ ਨੇ ਪਰਿਵਾਰ ਦੀ ਆਰਥਿਕ ਹਾਲਾਤ ਇਹ ਕਹਿੰਦੇ ਕੋਈ ਚੰਗੇ ਨਹੀਂ, ਇਸ ਕਰਕੇ ਉਹ ਜੌਬ ਕਰਦੀ ਸੀ ਉੱਥੇ, ਫਿਰ ਯੂਨੀਵਰਸਿਟੀ ਪੜ੍ਹਨਾ, ਔਰ ਹੁਣ ਉਹ ਜਿਹੜਾ ਤਕਰੀਬਨ 12 ਤਰੀਕ ਦੀ ਗੱਲ ਹੈ, 12 ਜਨਵਰੀ ਨੂੰ। ਹਾਂਜੀ, 12 ਜਨਵਰੀ। ਤਾਂ ਜ਼ਾਹਿਰ ਜੀ ਗੱਲ ਹੈ, ਇੱਕ ਮਾਂ ਵਾਸਤੇ ਜਜ਼ਬਾਤੀ ਪਲ ਨੇ। ਔਰ ਰਾਜਵੀਰ ਨੇ ਆ ਕੇ ਇਹ ਵੀ ਦੱਸਿਆ ਕਿ ਪੈਰਾਂ 'ਚੋਂ ਖੂਨ ਵੀ ਨਿਕਲ ਰਿਹਾ ਸੀ ਉਹਦੇ। ਹਾਂਜੀ, ਉਹ ਪਹਿਲਾਂ 15 ਦਿਨ ਉਹਨੂੰ ਨਾ ਤਾਂ ਫੋਨ ਤੇ ਗੱਲ ਕਰਵਾਈ ਗਈ ਆ ਤੇ ਨਾ ਹੀ ਸਾਨੂੰ ਮਿਲਣ ਦਿੱਤਾ ਗਿਆ ਸੀ। ਉਸ ਟਾਈਮ ਅੰਦਰੋਂ ਫੋਨ ਆਇਆ ਸੀ ਵੀ ਉਹਦੇ ਪੈਰਾਂ 'ਚ ਵੀ ਜੋ ਡੰਡੇ ਡੁੰਡੇ ਮਾਰੇ ਗਏ ਉਹਦੇ ਕਾਰਨ ਉਹਦੇ ਪੈਰਾਂ 'ਚ ਜ਼ਖਮ ਸੀਗੇ, ਖੂਨ ਆ ਰਿਹਾ ਸੀ। ਗੱਲ ਵੀ ਨਹੀਂ ਹੋਈ ਕਿਸੇ ਦੀ, ਫੋਨ ਤੇ ਵੀ ਨਹੀਂ? ਨਹੀਂ ਜੀ, ਮੇਰੇ ਨਾਲ ਗੱਲ ਨਹੀਂ ਹੋਈ, ਨਾ ਹੀ ਅਸੀਂ ਉਹਨੂੰ ਮਿਲ ਸਕੇ ਹਾਂ। ਗਏ ਸੀ ਅਸੀਂ ਤੇ
23 ਜਨਵਰੀ ਨੂੰ 22 23 ਨੂੰ ਉੱਥੇ ਜਾਵੜੇ ਸੀ, 27 ਨੂੰ ਇੱਥੇ ਆਏ ਆ, 26 ਜਨਵਰੀ ਨੂੰ ਵੀ ਅਸੀਂ ਉੱਥੇ ਸੀ। ਮੈਡੀਕਲ 'ਚ ਗਏ ਸੀਗੇ, ਸੋਨੀਪਤ ਮੈਡੀਕਲ 'ਚ ਲੈ ਕੇ ਆਏ ਸੀ ਉਹਨੂੰ, ਪਿਛਲੇ ਦਰਵਾਜ਼ੇ ਵਿੱਚ ਦੀ ਲਿਆਏ ਜਿਵੇਂ ਕੋਈ ਉਹ ਬਹੁਤ ਤਕੜੀ ਅੱਤਵਾਦੀ ਹੁੰਦੀ। ਹੌਸਲਾ ਕਰੋ, ਤੁਸੀਂ ਪਿੰਡ ਨਾਲ ਹੈ, ਜਥੇਬੰਦੀਆਂ ਵੀ ਆਮ ਸ਼ੋਰ ਨਾਲ ਨੇ ਤੁਹਾਡੇ, ਔਰ ਪੂਰੀ ਦੁਨੀਆ ਹੁਣ ਗੱਲ ਕਰ ਰਹੀ ਹੈ। ਉਹ ਕੁਝ ਪੁਲਿਸ ਵਾਲਿਆਂ ਨੂੰ ਪਛਾਣਿਆ ਜਾਂ ਉਹਦਾ ਕੋਈ ਨਾਮ ਆਇਆ ਜੀ ਜਿਨ੍ਹਾਂ ਨੇ ਤਸ਼ੱਦਦ ਕੀਤਾ? ਹਾਂਜੀ, ਇੰਨੀ ਜਾਣਕਾਰੀ ਨਹੀਂ ਮੈਨੂੰ, ਰਾਜਵੀਰ ਨੂੰ ਹੀ ਪਤਾ। ਤੇ ਇੱਕ ਹੋਰ ਗੱਲ ਮੈਂ ਕਰਨਾ ਚਾਹੁੰਦੀ ਹਾਂ ਵੀ ਜਿਹੜਾ ਜਿਵੇਂ ਹੁਣ ਅਮਰੀਕਾ ਦੇ ਵਿੱਚੋਂ ਵੀ ਉਪ ਰਾਸ਼ਟਰਪਤੀ ਹੈ ਜਿਹੜੀ ਕਮਲਾ ਹੈਰਿਸ, ਉਹਦੀ ਭਤੀਜੀ ਨੂੰ ਆਵਾਜ਼ ਉਠਾਈ ਗਈ ਆ ਵੀ ਸਾਡੀ ਬੇਟੀ ਦੀ ਪਹਿਲਾਂ ਕਿਉਂ ਨਹੀਂ ਆਵਾਜ਼ ਉੱਠੀ ਤੇ ਹੁਣ ਹੀ ਕਿਉਂ ਉੱਠਦੀ ਆ। ਇਸ ਗੱਲ ਤੇ ਸਾਨੂੰ ਰੋਸ ਆ ਇੰਡੀਆ ਲੈਵਲ ਤੇ ਵੀ ਉਹਦੇ ਤੋਂ ਸਾਡੇ ਸੰਘਰਸ਼ ਤੇਜ਼ ਆ। ਜਿਵੇਂ ਹੁਣ ਸਟੂਡੈਂਟ ਆ ਦਿੱਲੀ ਦੇ ਵਿੱਚ ਲਗਾਤਾਰ ਉਹਦੀਆਂ ਫੋਟੋ ਉਹਦੀਆਂ ਕਿਤਾਬਾਂ ਛਪ ਕਰਾਂਗਾ ਵੀ ਪੇਜ ਛਾਪ ਦੇਈ ਜਾਂਦੇ ਵੀ ਨੌਦੀਪ ਨੂੰ ਰਿਹਾ ਕਰੋ। ਪਹਿਲਾਂ ਚੁੱਪ ਰਹੇ ਸਾਰੇ, ਜਦੋਂ ਬਾਹਰਲੀਆਂ ਕੰਟਰੀਆਂ 'ਚੋਂ ਆਵਾਜ਼ ਉੱਠੀ ਨੌਦੀਪ ਦੇ ਸਪੋਰਟ ਤੇ ਅੱਜ ਇਹ ਕਿਉਂ ਇਹ ਨਹੀਂ ਆਏ ਹੋਣਾ ਚਾਹੀਦਾ। ਸਾਡੀਆਂ ਜ਼ਮੀਰਾਂ ਮਰ ਗਈਆਂ, ਅਸੀਂ ਮਰਨ ਤੋਂ ਬਾਅਦ ਕੈਂਡਲ ਲਾਈਟਾਂ ਜਗਾਉਂਦੇ ਆ ਤੇ ਅਸੀਂ ਮਾਰਚ ਕੱਢਦੇ ਆ, ਜਿਉਂਦਿਆਂ ਨਹੀਂ ਅਸੀਂ ਕਦਰ ਕਰਦੇ। ਸ਼ਾਇਦ ਅਸੀਂ ਇਹ ਚਾਹੁੰਦੇ ਆ ਵੀ ਜੇ ਸਾਡੀ ਬੇਟੀ ਨੂੰ ਉਹ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਜੀਭਾਂ ਵੱਢ ਦਿੱਤੀਆਂ ਇਹਨੇ, ਕੁੱਟ ਮਾਰ ਕੇ ਉਹਨਾਂ ਨੂੰ ਅੰਦਰ ਧੱਕਿਆ ਜਾਂਦਾ, ਬਾਅਦ 'ਚ ਉਹਨਾਂ ਦੀਆਂ ਲਾਸ਼ਾਂ ਵੀ ਗਾਇਬ ਕੀਤੀਆਂ ਜਾਂਦੇ, ਉਸ ਤੋਂ ਬਾਅਦ ਅਸੀਂ ਮੋਮਬੱਤੀਆਂ ਲਾਉਣੇ ਆ, ਫਿਰ ਖਬਰਾਂ ਲੱਗਦੀਆਂ। ਸ਼ਾਇਦ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਉਸ ਤੋਂ ਬਾਅਦ ਆਵਾਜ਼ ਉਠਾਵਾਂਗੇ, ਪਹਿਲਾਂ ਨਹੀਂ ਉਠਾਉਂਦੇ ਅਸੀਂ। ਮੈਂ ਇਹ ਕਹਿਣੀ ਚਾਹੁੰਦੀ ਸਾਰੇ ਇੰਡੀਆ ਲੈਵਲ ਤੇ ਵੀ ਭਾਈ ਨਾ ਸੌ ਕਿਸੇ ਦਾ ਵੀ ਧੀ ਪੁੱਤ ਜਿਹੜੇ ਫਸੇ ਆ ਉਹਨਾਂ ਨੂੰ ਛਡਾਉਣ ਦੇ ਹੱਕ 'ਚ ਅੱਗੇ ਆਉਣ ਸਾਰੇ। ਇਹ ਨਾ ਹੋਵੇ ਵੀ ਬੱਚਾ ਮਰ ਗਿਆ ਤੇ ਉਹਦੇ ਬਾਅਦ 'ਚ ਮੋਮਬੱਤੀਆਂ ਲਾਉਣ ਦਾ ਕੋਈ ਫਾਇਦਾ ਨਹੀਂ। ਪਹਿਲਾਂ ਜਿਹੜੇ ਫਸੜੀ ਜਾਂਦੇ ਆ ਜੇਲ੍ਹਾਂ 'ਚ ਇਹਨਾਂ ਨੇ ਧੱਕੇ ਆ, ਉਹਨਾਂ ਦੇ ਜਿਹੜੇ ਪਰਚੇ ਉਹ ਰੱਦ ਕਰਾਏ ਜਾਣ, ਜਿਹੜੇ ਝੂਠੇ ਪਾਏ ਗਏ ਆ। ਹਾਲਾਂਕਿ ਉਹ ਆਪਦੀ ਮਿਹਨਤ ਦੇ ਪੈਸੇ ਮੰਗ ਰਹੀ ਸੀ ਸਾਡੀ ਬੇਟੀ, ਵੀ ਸਾਡੇ ਪੈਸੇ ਦਿੱਤੇ ਜਾਣਾ, ਅਸੀਂ ਜੌਬ ਵੀ ਛੱਡਤੀ ਆ। ਆਹ ਹੀ ਚੱਕਰ ਸੀ, ਇਸੇ ਕਰਕੇ ਉਹਨਾਂ ਨੇ ਝੂਠੇ ਕੇਸ ਪਾਏ, ਉਹ ਰੱਦ ਹੋਣੇ ਚਾਹੀਦੇ। ਤਾਂ ਨੌਦੀਪ ਦੇ ਇਨਸਾਫ ਵਾਸਤੇ ਇਹ ਲੜਾਈ ਲੜੀ ਜਾ ਰਹੀ ਹੈ। ਬਹੁਤ ਸਵਾਲ ਹੋ ਰਹੇ ਸੀ ਕਿ ਸਿੱਧਾ ਕਿਸਾਨੀ ਘੋਲ ਨਾਲ ਜੁੜਿਆ ਮੁੱਦਾ ਨਹੀਂ, ਪਰ ਨੌਦੀਪ ਦੇ ਮਾਤਾ ਨੇ ਕਿਹਾ ਕਿ ਸਾਡੇ ਬੱਚੇ ਸਾਰੇ ਇਸ ਘੋਲ ਦੇ ਵਿੱਚ ਸ਼ਾਮਲ ਨੇ, ਔਰ ਇਹ ਕਿਸਾਨ ਤੇ ਮਜ਼ਦੂਰ ਦੀ ਏਕਤਾ ਦੀ ਗੱਲ ਹੈ ਕਿ ਵੱਖ ਕਰਕੇ ਨਹੀਂ ਦੇਖ ਸਕਦੇ। ਨਹੀਂ ਜੀ, ਅਸੀਂ ਨਹੀਂ ਦੇਖ ਸਕਦੇ। ਸਾਡੇ ਨੂੰ ਤਾਂ ਅਸੀਂ ਮਨੋਂ ਤਨੋਂ ਦਿਲ ਲਾ ਕੇ ਜੁੜੇ ਆ ਸਾਰਾ ਪਰਿਵਾਰ ਉੱਥੇ। ਜੇ ਅਸੀਂ ਅੱਗੇ ਵੀ ਅਸੀਂ ਨਹੀਂ ਅਲੱਗ ਹੋ ਸਕਦੇ, ਅਸੀਂ ਪਹਿਲਾਂ ਤੋਂ ਵੀ ਅਸੀਂ ਇਕੱਠੇ ਪ੍ਰੋਗਰਾਮ ਕਰਦੇ ਰਹੇ ਹਾਂ, ਜਿਵੇਂ ਅਗਰਾਹਾਂ ਵਾਲੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਵੀ ਲਾਉਣੇ ਅਸੀਂ। ਪਰ ਜਿਵੇਂ ਸਟੇਜ ਤੋਂ ਬੋਲਿਆ ਜਾਂਦਾ ਉਸੇ ਤਰ੍ਹਾਂ ਸਾਨੂੰ ਏਕਾ ਬਣਾਉਣਾ ਚਾਹੀਦਾ, ਉਸੇ ਤਰ੍ਹਾਂ ਹੀ ਸਾਨੂੰ ਇੱਕ ਹੋਣਾ ਚਾਹੀਦਾ। ਅਸੀਂ ਨਾ ਪਾੜਾ ਪੱਗ ਜਾਂ ਸਟੂਡੈਂਟ ਨਿਖੜ ਜਾਣ ਜਾਂ ਮਜ਼ਦੂਰ ਨਿਖੜ ਜਾਣ ਜਾਂ ਕਿਸਾਨ, ਸਾਰੇ ਇੱਕ ਹੋਣਾ ਚਾਹੀਦਾ। ਇਹ ਨਾ ਸੋਚਿਆ ਜਾਵੇ ਵੀ ਇਹ ਨੌਦੀਪ ਦਾ ਅਲੱਗ ਸੀ, ਇਹ ਵੱਖਰਾ ਵੀ ਕਿਸਾਨਾਂ ਨਾਲ ਜੁੜਿਆ ਹੋਇਆ ਨਹੀਂ ਸੀ। ਇਹ ਕਿਸਾਨਾਂ ਨਾਲ ਅਸੀਂ ਜੁੜੇ ਸਾਂ, ਅੱਜ ਵੀ ਟੈਂਟ ਲੱਗਿਆ ਉਹਦਾ। ਕਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇਹੋ ਜਿਹੇ ਆ ਜਿਹੜੇ ਅੱਜ ਵੀ ਉਹ ਚਾਹੁੰਦੇ ਨਹੀਂ ਵਿੱਚੋਂ ਵੀ ਇਹ ਇੱਕ ਹੋ ਜਾਣ ਜਾਂ ਛੇਰੇ ਚੜੇ। ਉੱਥੋਂ ਦਾ ਟੈਂਟ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਆ ਨੌਦੀਪ ਦੀ, ਵੀ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ, ਪਤਾ ਉਹਨਾਂ ਨੂੰ ਸ਼ਾਇਦ ਵੀ ਜਿਹਨੇ, ਕਿਉਂਕਿ ਫਿਰ ਜਥੇਬੰਦੀਆਂ ਚੋਂ, ਹਾਂਜੀ ਜਥੇਬੰਦੀਆਂ ਚੋਂ ਵੀ ਇਹ ਸਬੂਤ ਮਟਾਇਆ ਜਾਵੇ। ਅਸੀਂ ਚਾਹੁੰਦੇ ਵੀ ਇਹੋ ਜਿਹੀਆਂ ਗੱਲਾਂ ਨਾ ਕਰੋ। ਇਹ ਬੱਚੇ ਦੇ ਜਿਹੜੇ ਸਬੂਤ ਸਾਡੇ ਕੋਲ ਵੀਡੀਓ ਪਈਆਂ, ਉੱਥੇ ਮਜ਼ਦੂਰਾਂ ਦੇ ਨਾਲ ਨੌਦੀਪ ਕੌਰ ਬੋਲ ਰਹੀ ਆ। ਜਿਹੜੀ ਵੱਡੀ ਸਟੇਜ ਆ ਸਿੰਘੂ ਬਾਰਡਰ ਤੇ, ਉਹਦੇ ਵਿੱਚ 1500 ਦਾ ਇਕੱਠ ਸੀ ਨੌਦੀਪ ਦੇ ਨਾਲ। ਉਹ ਸਟੇਜ ਤੇ ਉਹਨੇ ਟਾਈਮ ਵੀ ਲਿਆ ਆਪਣੀ ਬੱਚੀ ਨੇ ਬੋਲਣ ਵਾਸਤੇ ਤੇ ਹਾਂਜੀ ਬੋਲੇ ਸੀ ਵੱਡੀ ਸਟੇਜ ਤੇ। ਇਦੋਂ ਕੀ ਪ੍ਰੂਫ ਹੋਣੇ ਚਾਹੀਦੇ ਆ ਫਿਰ ਸਾਡੇ? ਨੌਦੀਪ ਬੋਲੀ ਆ ਉੱਥੇ ਵੱਡੀ ਸਟੇਜ ਤੇ ਵੀ ਉਹਨੇ ਟਾਈਮ ਲਿਆ। ਜੇ ਤੁਸੀਂ ਡੇਟ ਦੱਸ ਦਿਓਗੇ ਤਾਂ ਲਾਈਵ ਸਾਰੇ ਸਾਡੇ ਵੀ ਪਿਆ, ਉਹ ਲਾਈਵ ਨਿਕਲ ਆਊਗਾ। ਜੇ ਤੁਸੀਂ ਬਾਅਦ ਦੇ ਵਿੱਚ ਵੀ ਤੁਸੀਂ ਦੱਸ ਦਿਓ ਸਾਨੂੰ। ਹਾਂਜੀ, ਉਹ ਰਾਜਵੀਰ ਤੋਂ ਅਸੀਂ ਪੁੱਛ ਲਾਂਗੇ ਵੀ ਕਿਹੜੀ ਤਰੀਕ ਸੀ, ਕੀ ਟਾਈਮ ਸੀਗਾ। ਤੇ ਉਹ ਮੈਨੂੰ ਨਹੀਂ ਇਸ ਗੱਲ ਦਾ ਪਤਾ, ਵੀ ਉਹ ਮੈਨੂੰ ਪਤਾ ਵੀ ਉਹਨਾਂ ਨੇ ਟਾਈਮ ਲਿਆ ਸੀ, ਉੱਥੇ ਬੋਲੇ ਸੀਗੇ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਔਰ ਅਸੀਂ ਇਸ ਲੜਾਈ ਦੇ ਵਿੱਚ ਸਾਰੇ ਤੁਹਾਡੇ ਨਾਲ ਨੇ, ਭਾਵੇਂ ਕਿਸਾਨੀ ਨਾਲ ਸਿੱਧਾ ਜੁੜਿਆ ਭਾਵੇਂ ਨਹੀਂ ਜੁੜਿਆ, ਪਰ ਇੱਕ ਧੀ ਦਾ ਮਸਲਾ ਹੈ, ਹਿਊਮਨ ਰਾਈਟਸ ਦਾ ਮਸਲਾ ਹੈ, ਜਬਰ ਦੀ ਖਿਲਾਫ ਇਹ ਲੜਾਈ ਹੈ। ਤਾਂ ਇਹਦੇ ਵਾਸਤੇ ਤੁਹਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਭਾਵੇਂ ਉਹ ਸਿੱਧੇ ਤੌਰ ਤੇ ਜੁੜਿਆ ਭਾਵੇਂ ਅਸਿੱਧੇ ਤੌਰ ਤੇ ਜੁੜਿਆ। ਪਰ ਇੱਕ ਧੀ ਦਾ ਮਸਲਾ ਹੈ, ਇੱਕ ਕੁੜੀ ਦਾ ਮਸਲਾ ਹੈ ਜਿਹਦੇ ਨਾਲ ਧੱਕਾ ਹੋ ਰਿਹਾ ਹੈ, ਤਾਂ ਤੁਸੀਂ ਇਹ ਕਹਿ ਕੇ ਨਹੀਂ ਟਾਲ ਸਕਦੇ ਕਿ ਇਹ ਸਿੱਧਾ ਘੋਲ ਦੇ ਨਾਲ ਜੁੜੀ ਹੋਈ ਚੀਜ਼ ਨਹੀਂ ਹੈ ਤਾਂ ਅਸੀਂ ਆਵਾਜ਼ ਨਹੀਂ ਚੁੱਕਾਂਗੇ। ਆਵਾਜ਼ ਤਾਂ ਚੁੱਕਣੀ ਪੈਣੀ ਹੈ। ਬਾਅਦ ਦੇ ਵਿੱਚ ਕੈਂਡਲ ਮਾਰਚ ਕਰਨ ਦਾ ਤੇ ਬਾਅਦ ਦੇ ਵਿੱਚ ਰੋਸ ਵਾਲੀਆਂ ਤਖਤੀਆਂ ਫੜਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਬੰਦੇ ਦੇ ਜਿਉਂਦੇ ਜੀ ਤੁਸੀਂ ਉਹਦੀ ਆਵਾਜ਼ ਨਹੀਂ ਚੁੱਕ ਸਕਦੇ।
ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਔਨ 에ਅਰ ਗੰਦੜਾ ਸ਼੍ਰੀ ਮੁਕਤਸਰ ਸਾਹਿਬ।